ਕਰਮਜੀਤ ਸਿੰਘ ਔਜਲਾ ਦੀ ਕਹਾਣੀ ਮਮਤਾ ਦੀ ਸ਼ਕਤੀ। ਬੀਬੀ ਰਤਨ ਕੌਰ ਇੱਕ ਦਿਨ ਤੇ ਇੱਕ ਰਾਤ ਦਾ ਲੰਮਾ ਸਫ਼ਰ ਰੇਲ ਗੱਡੀ ਰਾਹੀਂ ਮੁਕਾ ਕੇ ਆਪਣੀ ਧੀ ਸ਼ਮਿੰਦਰੋ ਕੋਲ ਪਹੁੰਚੀ ਸੀ। ਮਾਵਾਂ ਧੀਆਂ ਦਾ ਇਹ ਮੇਲ 7 ਸਾਲਾਂ ਬਾਅਦ ਹੋਇਆ ਸੀ। ਇਹਨਾਂ 7 ਸਾਲਾਂ ਬਾਅਦ ਆਪਣੀ ਧੀ ਸ਼ਮਿੰਦਰੋ 'ਚ ਆਏ ਪਰਿਵਰਤਨ ਬੀਬੀ ਰਤਨ ਕੌਰ ਨੂੰ ਅਚਾਨਕ ਵੇਖਣ ਨੂੰ ਮਿਲੇ ਸਨ। ਉਹ ਹੈਰਾਨ ਹੋਣ ਦੇ ਨਾਲ ਨਾਲ ਖੁਸ਼ ਵੀ ਹੋਈ ਸੀ। ਜਿਸ ਸ਼ਮਿੰਦਰੋ ਨੂੰ ਉਹ ਨਿਆਣੀ ਸਮਝਦੀ ਰਹੀ ਸੀ, ਉਹ ਤਾਂ ਭਰੇ ਸਰੀਰ ਵਾਲੀ, ਸਿਆਣੀਆਂ ਗੱਲਾਂ ਕਰਨ ਵਾਲੀ, ਜੀਵਨ ਦੇ ਸਭ ਪੱਖਾਂ 'ਚ ਟਿਕਾ ਤੇ ਠਹਿਰਾ ਰੱਖਣ ਵਾਲੀ ਬਣ ਚੁੱਕੀ ਸੀ। ਰਤਨ ਕੌਰ ਨੇ ਆਪਣੇ ਆਪ ਨੂੰ ਦੱਸਿਆ ਸੀ ਕਿ ਉਹ ਆਪਣੀ ਸੁਘੜ ਸਿਆਣੀ ਧੀ ਨੂੰ ਐਵੇਂ ਹੀ ਨਿਆਣੀ ਸਮਝਦੀ ਰਹੀ। ਮਾਵਾਂ ਦੀਆਂ ਨਜ਼ਰਾਂ 'ਚ ਉਹਨਾਂ ਦੇ ਧੀ ਪੁੱਤ ਤਾਂ ਸਦਾ ਹੀ ਨਿਆਣੇ ਹੀ ਰਹਿੰਦੇ ਹੈ, ਪਰ ਜੇ ਕਿਸੇ ਇਸਤਰੀ ਦੀ 18 ਸਾਲ ਦੀ ਮਲੂਕ ਜੀ ਧੀ ਵਿਆਹ ਤੋਂ 6 ਮਹੀਨੇ ਬਾਅਦ ਹੀ ਪਰਦੇਸ ਚਲੀ ਗਈ ਹੋਵੇ ਤੇ 7 ਸਾਲ ਸਿਰਫ ਕਦੀ ਕਦਾਈ ਰਾਜੀ ਬਾਜੀ ਦੀ ਚਿੱਠੀ ਆਉਂਦੀ ਰਹੀ ਹੋਵੇ ਤਾਂ ਉਹਦੀ ਧੀ ਬਾਰੇ ਮਾਂ ਦੀ ਚਿੰਤਾ ਸੁਭਾਵਕ ਹੀ ਸੀ। ਪੂਰੇ 7 ਸਾਲ ਰਤਨ ਕੌਰ ਅੱਗੇ ਸ਼ਮਿੰਦਰੋ ਦਾ 18 ਸਾਲਾ ਬਚਪਨ ਘੁੰਮਦਾ ਰਿਹਾ। ਇਸ ਦੌਰਾਨ ਉਹਦੇ ਲਈ 2 ਦੋਹਤੇ ਇੱਕ ਦੋਹਤੀ ਜਣਨ ਦੇ ਬਾਵਜੂਦ ਵੀ ਉਹਦੀਆਂ ਨਜ਼ਰਾਂ 'ਚ ਨਿਆਣੀ ਤੇ ਅਣਜਾਣ ਹੀ ਬਣੀ ਰਹੀ। ਬੀਬੀ ਰਤਨ ਕੌਰ ਆਪਣੀ ਧੀ ਸ਼ਮਿੰਦਰੋ ਦੀਆਂ ਅਨੇਕ ਮੁਸ਼ਕਲਾਂ ਦੀ ਕਲਪਨਾ ਕਰਦੀ, ਉਹਨੂੰ ਮੁਸ਼ਕਲਾਂ ਦੇ ਹੱਲ ਤੋਂ ਅਸਮਰਥ ਤੇ ਅਣਜਾਣ ਸਮਝ ਕੇ ਚਿੰਤਾ 'ਚ ਡੁੱਬੀ ਰਹਿੰਦੀ। ਧੀ ਨੂੰ ਦੂਰ ਦੁਰਾਡੇ ਤੋਰਨ ਦਾ ਦੁੱਖ ਉਹਨੇ ਬੜਾ ਹੰਢਾਇਆ ਸੀ। ਰਤਨ ਕੌਰ ਸ਼ਮਿੰਦਰੋ ਨੂੰ ਵੇਖਣ ਤੇ ਮਿਲਣ ਲਈ ਤਰਸਦੀ ਰਹੀ ਸੀ। ਭਾੜੇ ਕਿਰਾਏ ਦਾ ਖਰਚਾ ਤਾਂ ਉਹਨਾਂ ਲਈ ਕੋਈ ਮਸਲਾ ਨਹੀਂ ਸੀ, ਪਰ ਘਰ ਦੇ ਕੰਮ, ਬਾਲ ਬੱਚੇ, ਲਵੇਰਾ, ਹੱਥ ਪਈ ਮੱਝ, ਫੂਣੀ ਫੁੱਟੀ, ਪਤਾ ਨਹੀਂ ਕੀ ਕੁਝ ਹੋਰ ਜਨਾਨੀ ਨੂੰ ਕਿੱਥੇ ਘਰੋਂ ਨਿਕਲਣ ਦਿੰਦੇ ਹੈ। ਅਗਲੇ ਵਿਸਾਖ ਕਰਦਿਆਂ ਕਰਦਿਆਂ ਧੀ ਨੂੰ ਮਿਲਣ ਦੀ ਸ਼ੁਭ ਘੜੀ 7 ਸਾਲਾਂ ਬਾਅਦ ਨਸੀਬ ਹੋਈ ਸੀ। ਵਿਸਾਖ ਚੜ੍ਹਦਿਆਂ ਹੀ ਯੂਪੀਓਂ ਚਿੱਠੀ ਆਈ ਸੀ ਕਿ ਸ਼ਮਿੰਦਰੋ ਦੀ ਕੁੜੀ ਹੋਈ ਸੀ। ਸਭ ਰਾਜੀ ਬਾਜੀ ਸੀ, ਸਭ ਨੂੰ ਸਤਿ ਸ੍ਰੀ ਅਕਾਲ ਬੁਲਾਈ ਗਈ ਸੀ। ਫਿਕਰ ਵਾਲੀ ਕੋਈ ਗੱਲ ਨਹੀਂ ਸੀ, ਪਰ ਬੀਬੀ ਰਤਨ ਕੌਰ ਨੂੰ ਤਾਂ ਫਿਕਰ ਲੱਗ ਹੀ ਗਈ ਸੀ। ਆਪਣੀ ਨਿਆਣੀ ਅਣਜਾਣ ਧੀ ਬਾਰੇ ਸੋਚ ਕੇ ਉਹਦੀਆਂ ਅੱਖਾਂ ਅੱਗੇ ਤਾਂ ਆਪਣੀ ਧੀ ਦੀ ਉਹੀ 7 ਸਾਲ ਪਹਿਲਾਂ ਵਾਲੀ ਤਸਵੀਰ ਸੀ, ਜਿਸ 'ਚ ਉਹਦੀ ਪਤਲੀ ਪਤੰਗ, ਲਾਡਲੀ ਤੇ ਭੋਲੀ ਭਾਲੀ ਧੀ ਜ਼ਿੰਦਗੀ ਦੇ ਹਰ ਮਸਲੇ ਤੋਂ ਅਣਜਾਣ ਤੇ ਸੁਲਝਾਉਣ ਤੋਂ ਅਸਮਰਥ ਸੀ। ਉਹ ਇਹ ਵੀ ਭੁੱਲ ਜਾਂਦੀ ਕਿ ਉਹਦੀ ਧੀ ਪਹਿਲਾਂ ਵੀ 2 ਮੁੰਡਿਆਂ ਨੂੰ ਜਨਮ ਦੇ ਚੁੱਕੀ ਹੈ ਤੇ ਜੇ ਉਸ ਵਕਤ ਉਹਦੀ ਕੁੜਮਣੀ ਨੇ ਮੌਕਾ ਸਾਰਿਆ ਸੀ ਤਾਂ ਹੁਣ ਵੀ ਤਾਂ ਚੰਗਾ ਹੀ ਕੀਤਾ ਹੋਊ। ਪਰ ਮਾਵਾਂ ਦੇ ਦਿਲ ਆਪਣੀਆਂ ਧੀਆਂ ਦੀ ਲੋੜ ਦੂਜਿਆਂ ਹੱਥੋਂ ਪੂਰੀ ਕਰਵਾਉਣ ਨੂੰ ਕਦੋਂ ਠੀਕ ਮੰਨਦੇ ਹੈ। ਰਤਨ ਕੌਰ ਨੇ ਆਪਣੇ ਮੁੰਡਿਆਂ ਤੇ ਘਰ ਵਾਲੇ ਨੂੰ ਕਹਿ ਦਿੱਤਾ ਸੀ ਵੀ ਭਾਵੇਂ ਉਹਦੇ ਹੱਥ ਪਈ ਮੱਝ ਭੱਜ ਜਾਏ ਤੇ ਭਾਵੇਂ ਵੱਡੀ ਨੂੰਹ ਦੀਆਂ ਸੁੱਖੀਆਂ ਮੱਸਿਆ ਪੂਰੀਆਂ ਹੋਣ ਜਾਂ ਨਾ ਹੋਣ, ਉਹ ਤਾਂ ਚੜ੍ਹੇ ਜੇਠ ਨੂੰ ਦਾਣਾ ਫੱਕਾ ਸਾਂਭਦਿਆਂ ਜ਼ਰੂਰ ਹੀ ਯੂਪੀ ਆਪਣੀ ਧੀ ਕੋਲ ਜਾਏਗੀ। ਆਪਣੇ ਨਾਲ ਆਪਣੇ ਘਰ ਵਾਲੇ ਨੂੰ ਚੱਲਣ ਲਈ ਤਿਆਰ ਰਹਿਣ ਵਾਸਤੇ ਉਹਨੇ ਪੱਕੀ ਤੇ ਖਰੀ ਤਾਕੀਦ ਕਰਤੀ ਸੀ। ਘਰ 'ਚੋਂ ਕਿਸੇ ਵਿਰੋਧ ਨਾ ਕੀਤਾ, ਪਰ ਮਾਂ ਧੀ ਦਾ ਮੇਲ ਜੇਠ ਦੀ ਥਾਂ ਕੱਤੇ 'ਚ ਹੋ ਸਕਿਆ। ਘਰਾਂ ਦੇ ਛੋਟੇ ਮੋਟੇ ਕੰਮਾਂ ਨੂੰ ਇੱਕ ਵਾਰ ਫਿਰ ਰਤਨ ਕੌਰ ਦਾ ਯੂਪੀ ਜਾਣਾ 5 ਮਹੀਨੇ ਅੱਗੇ ਪਾ ਦਿੱਤਾ ਸੀ। ਭੀੜ ਭਰੀ ਗੱਡੀ, ਰਾਤ ਦਾ ਉਨੀਂਦਾ, ਸਫ਼ਰ ਦਾ ਅਕੇਵਾਂ ਥਕੇਵਾਂ ਰਤਨ ਕੌਰ ਨੂੰ ਸ਼ਮਿੰਦਰੋ ਨੂੰ ਆਪਣੀ ਹਿੱਕ ਨਾਲ ਘੁੱਟ ਕੇ ਲਾਉਂਦਿਆਂ ਸਾਰੀ ਭੁੱਲ ਗਿਆ ਸੀ। ਮਾਵਾਂ ਧੀਆਂ ਦੀਆਂ ਗੱਲਾਂ ਮੁੱਕਦੀਆਂ ਹੀ ਨਹੀਂ ਸੀ। ਸ਼ਮਿੰਦਰੋ ਨੇ ਪਿੰਡ ਦੀ ਇੱਕ ਗੱਲ ਗੁਰਦੁਆਰੇ ਦੇ ਭਾਈ ਤੋਂ ਲੈ ਕੇ ਤਾਏ ਦੇ ਊਠ ਤੱਕ ਸਭੇ ਹੀ ਕਰ ਲਈਆਂ। ਗੱਲਾਂ ਵਿੱਚ ਫੇਰ ਵੀ ਨਹੀਂ ਸੀ ਮੁੱਕਦੀਆਂ। ਨਵੇਂ ਲਏ ਟਰੈਕਟਰ ਤੋਂ ਸ਼ੁਰੂ ਹੋ ਕੇ ਪਿੰਡ ਨੂੰ ਆਉਣ ਵਾਲੀ ਸੜਕ ਦੇ ਟੋਇਆਂ 'ਤੇ ਪਹੁੰਚ ਕੇ ਰਤਨ ਕੌਰ ਦੇ ਜੋੜਾਂ ਦੀ ਹੁਣੇ ਸ਼ੁਰੂ ਹੋਈ ਪੀੜ 'ਤੇ ਆ ਕੇ ਸੌਂਫ, ਜਵੈਣ, ਹਿੰਗ, ਫਟਕੜੀ ਤੋਂ ਹੋ ਕੇ ਬਾਬੇ ਬਕਾਲੇ ਦੇ ਡਾਕਟਰ ਕਰਤਾਰ ਸਿੰਘ 'ਤੇ ਆ ਜਾਂਦੀ। ਗੱਲਾਂ ਭਾਵੇਂ ਅਮੁੱਕ ਸਨ, ਪਰ ਦਿਨ ਨੇ ਤਾਂ ਆਪਣੇ ਸਮੇਂ 'ਤੇ ਹੀ ਮੁੱਕਣਾ ਸੀ। ਇੱਕ ਦਿਨ ਤਰਕਾਲਾਂ ਨੂੰ ਮਾਂ ਧੀ ਚੁੱਲ੍ਹੇ ਅੱਗੇ ਬੈਠੀਆਂ ਸੀ। ਸਾਗ ਦੀ ਤੌੜੀ ਹੇਠਾਂ ਅੱਗ ਬਲ ਰਹੀ ਸੀ। ਅਗੇਤੀ ਸਰੋਂ ਤੇ ਕੁਝ ਯੂਪੀ ਦੀ ਮਿੱਟੀ ਦਾ ਅਸਰ ਸਾਗ ਚਿਰਾਕਾ ਹੀ ਗਲਦਾ ਸੀ। ਇਹ ਵੀ ਮਾਂ ਧੀ ਲਈ ਫਾਇਦੇ ਦੀ ਗੱਲ ਸੀ। ਦੁੱਖ ਸੁੱਖ ਹੋਰ ਫੋਲਿਆ ਜਾ ਸਕਦਾ ਸੀ। ਸੋ ਮਾਂ ਧੀ ਲੱਗੀਆਂ ਰਹੀਆਂ। ਸ਼ਮਿੰਦਰੋ ਦੀ 6 ਮਹੀਨਿਆਂ ਦੀ ਛੋਟੀ ਜਿਹੀ ਕੁੜੀ ਉਹਦੀ ਗੋਦ 'ਚ ਦੁੱਧ ਚੁੰਘਦੀ ਸੌਂ ਗਈ। ਉਹਨੂੰ ਜ਼ਰਾ ਕੁ ਹਟਵੀਂ ਇੱਕ ਮੰਜੀ 'ਤੇ ਲਟਾ ਕੇ ਮਾਂ ਧੀ ਅਮੁੱਕਵੇਂ ਦੁੱਖ ਸੁੱਖ ਦੀਆਂ ਗਾਥਾ ਫਿਰ ਛੇੜ ਬੈਠੀਆਂ। ਰਤਨ ਕੌਰ ਦੇ ਨਾਲ ਆਇਆ ਉਹਦਾ ਪਤੀ ਤੇ ਵੱਡਾ ਮੁੰਡਾ ਸ਼ਮਿੰਦਰੋ ਦੇ ਸਹੁਰੇ, ਦਿਓਰ, ਜੇਠ ਤੇ ਘਰ ਵਾਲੇ ਨਾਲ ਟਰਾਲੀ 'ਤੇ ਸ਼ਹਿਰ ਗਏ ਸੀ। ਖਤਰਨਾਕ ਜੰਗਲੀ ਇਲਾਕਾ ਹੋਣ ਕਰਕੇ ਸੂਰਜ ਦੇ ਹੁੰਦੇ ਮੁੜਨ ਦੀ ਪੱਕੀ ਕਰ ਗਏ, ਪਰ ਚੰਗਾ ਹਨੇਰਾ ਉਤਰਿਆਂ ਵੀ ਨਹੀਂ ਸੀ ਮੁੜੇ। ਉਹਨਾਂ ਨਾਲ ਸ਼ਮਿੰਦਰੋ ਦੀ ਸੱਸ ਵੀ ਗਈ ਸੀ, ਜਿਹਦਾ ਪਿਛਲੇ ਮਹੀਨੇ ਐਕਸਰੇ ਹੋਇਆ ਸੀ। ਅੱਜ ਫਿਰ 1 ਮਹੀਨੇ ਪਿੱਛੋਂ ਡਾਕਟਰ ਨੂੰ ਵਿਖਾਉਣਾ ਸੀ। ਜੰਗਲ ਨਾਲ ਲੱਗਦੇ ਖੇਤਾਂ ਦੇ ਵਿਚਕਾਰ ਬਣੇ ਘਰ 'ਚ 2 ਜਨਾਨੀਆਂ, ਨਿਆਣਿਆਂ ਤੋਂ ਬਗੈਰ ਹੋਰ ਕੋਈ ਘਰ ਦਾ ਵੱਡਾ ਬੰਦਾ ਨਹੀਂ ਸੀ। 3 ਸੀਰੀ ਭਈਏ ਬੰਬੀ ਤੇ ਆਪਣੇ ਹੁੱਕੇ ਬੀੜੀ 'ਚ ਮਸਤ ਸਨ।
ਰਤਨ ਕੌਰ ਇਸ ਸੁੰਨੇ ਤੇ ਉਜਾੜ ਤੋਂ ਚਿੰਤਾ ਕਰਦੀ ਤਾਂ ਸ਼ਮਿੰਦਰੋ ਉਹਦਾ ਹੌਸਲਾ ਬਣਾਉਣ ਲਈ ਝੱਟ ਹੀ ਕਹਿ ਦਿੰਦੀ, ਇੱਥੇ ਚੋਰੀ ਚਕਾਰੀ ਦਾ ਕੋਈ ਡਰ ਨਹੀਂ। ਪਰ ਦਿਲੋਂ ਆਪ ਵੀ ਉਹ ਜੰਗਲੀ ਜਾਨਵਰਾਂ ਤੇ ਖਾਸ ਕਰਕੇ ਬਾਘ ਤੋਂ ਡਰ ਰਹੀ ਸੀ ਤੇ ਨਾਲ ਹੀ ਆਪਣੇ ਮਨ 'ਚ ਘਰ ਦੇ ਬੰਦਿਆਂ ਦੀ ਬੇਪਰਵਾਹੀ ਤੇ ਉਹਦੇ ਨਾਲ ਗਈ ਸੱਸ ਦੀ ਬੇਅਕਲੀ ਤੇ ਖਿਝ ਰਹੀ ਸੀ। ਹਰ 15ਵੇਂ-20ਵੇਂ ਦਿਨ ਬਾਘ ਤੋਂ ਮਾਰੇ ਜਾਣ ਵਾਲੇ ਕਿਸੇ ਕੱਟੇ ਵੱਛੇ ਜਾਂ ਭੇਡ ਬੱਕਰੀ ਦਾ ਵਾਕਿਆ ਸੁਣਨ 'ਚ ਹੀ ਆ ਜਾਂਦਾ ਸੀ। ਬਾਘ ਅਕਸਰ ਹਨੇਰਾ ਉਤਰਨ ਤੇ ਚੋਰੀ ਛਿਪੇ ਝਪਟਦਾ ਸੀ ਤੇ ਅੱਜ ਸ਼ਮਿੰਦਰੋ ਦੇ ਦਿਲ 'ਚ ਇੱਛਾ ਹੋਈ ਕਿ ਉਹਦੀ ਦਰਾਣੀ ਤੇ ਜਠਾਣੀ ਦੀਆਂ ਰਿਹਾਇਸ਼ਾਂ ਦੀ ਉਹਦੀ ਰਿਹਾਇਸ਼ ਵੱਲ ਪਿਛਾੜੀ ਤੇ ਪਾਸਾ ਨਾ ਹੋ ਕੇ ਸਾਹਮਣਾ ਹੋਣਾ ਚਾਹੀਦਾ ਸੀ। ਵੈਸੇ ਆਮ ਤੌਰ ਤੇ ਘਰਾਂ ਦੀ ਇਸ ਸਥਿਤੀ ਨੂੰ ਉਹ ਚੰਗਾ ਹੀ ਮੰਨਦੀ ਰਹੀਆਂ ਸੀ, ਕਿਉਂਕਿ ਇਸ ਤਰ੍ਹਾਂ ਹੋਣ ਨਾਲ ਪਤੀ ਪਤਨੀ ਨੂੰ ਕਈ ਤਰ੍ਹਾਂ ਦੀ ਇਕਾਂਤ ਤੇ ਖੁੱਲ੍ਹ ਕਾਰਨ ਗੱਲਾਂ ਬਾਤਾਂ 'ਚ ਰਸ ਵਧੇਰੇ ਆਉਂਦਾ ਸੀ। ਇਹ ਸਭ ਕੁਝ ਸੋਚਦੀ ਹੋਈ ਆਪਣੀ ਮਾਂ ਨਾਲ ਗੱਲਾਂ 'ਚ ਲੱਗੀ ਹੋਈ ਸ਼ਮਿੰਦਰੋ ਨੂੰ ਇਹ ਧਿਆਨ ਹੀ ਨਾ ਰਿਹਾ ਕਿ ਬਾਘ ਦੇ ਖਤਰੇ ਤੋਂ ਬਚਣ ਲਈ ਅੱਗ ਦਾ ਬਲਦਾ ਰਹਿਣਾ, ਉੱਚੇ ਥਾਂ ਤੇ ਲਾਲਟਨ ਰੱਖਣਾ ਜ਼ਰੂਰੀ ਸੀ। ਚੁੱਲ੍ਹੇ 'ਚ ਬਲਦੀ ਅੱਗ ਸਾਗ ਬਣ ਜਾਣ ਕਾਰਨ ਬੁੱਝ ਚੁੱਕੀ ਸੀ। ਰੋਟੀਆਂ ਪਕਾ ਕੇ ਪੌਣੇ 'ਚ ਲਪੇਟ ਚੰਗੇਰ 'ਚ ਰੱਖ ਪਰਾਤ ਨਾਲ ਢੱਕ ਦਿੱਤੀਆਂ। ਨਿਬੜੇ ਕੰਮ ਤੇ ਮਾਂ ਧੀ ਦੀਆਂ ਗੱਲਾਂ ਕਾਰਨ ਕਈਆਂ ਚੀਜ਼ਾਂ ਤੋਂ ਬੇਧਿਆਨੀ ਹੋ ਗਈ। ਇਸ ਵਿੱਚ ਲਾਲਟਨ ਦਾ ਉੱਚੇ ਥਾਂ ਨਾ ਰੱਖਣਾ ਅੱਗ ਦਾ ਨਾ ਬਾਲਣਾ ਵੀ ਸੀ। ਹਨੇਰੇ ਥਾਂ 'ਚ ਜੀਆਂ ਦੀ ਹੋਂਦ ਹੀ ਤਾਂ ਬਾਘ ਨੂੰ ਸੱਦਾ ਦਿੰਦੀ ਸੀ ਤੇ ਅੱਜ ਸ਼ਮਿੰਦਰੋ ਦੇ ਘਰ ਇੱਕ ਵੱਡੀ ਘਟਨਾ ਘਟ ਗਈ। ਬੰਦੇ ਦੇ ਮੋਢਿਆਂ ਜਿੱਡੀ ਉੱਚੀ ਕੰਧ ਤੋਂ ਟੱਪ ਕੇ ਕੋਈ ਫੁਰਤੀਲਾ ਜਿਹਾ ਅੰਦਰ ਆਇਆ ਸੀ। ਝੱਟ ਹੀ ਉਹ ਉਸ ਮੰਜੇ ਕੋਲ ਸੀ ਜਿਹਦੇ ਸ਼ਮਿੰਦਰੋ ਦੀ 6 ਮਹੀਨਿਆਂ ਦੀ ਕੁੜੀ ਘੂਕ ਸੁੱਤੀ ਪਈ ਸੀ। ਬਾਘ ਬਾਘ! ਸ਼ਮਿੰਦਰੋ ਇੱਕਦਮ ਚੀਕ ਉੱਠੀ ਸੀ ਤੇ ਬਿਜਲੀ ਦੀ ਫੁਰਤੀ ਨਾਲ ਆਪਣੀ ਮੰਜੀ ਤੇ ਪਹੁੰਚ ਚੁੱਕੀ ਸੀ। ਮੰਜੀ ਤੇ ਪਈ ਨਿਆਣੀ ਕੁੜੀ ਨੂੰ ਬਾਘ ਦੇ ਦੰਦ ਖੁੱਭ ਚੁੱਕੇ ਸਨ, ਤਾਂ ਹੀ ਤਾਂ ਉਹਦੇ ਜ਼ੋਰ-ਜ਼ੋਰ ਨਾਲ ਰੋਣ ਦੀ ਆਵਾਜ਼ ਹਨੇਰੇ 'ਚ ਫੈਲ ਚੁੱਕੀ ਸੀ। ਨਾਲ ਹੀ ਮੰਜੇ ਦੇ ਇੱਕ ਪਾਸੇ ਬਾਘ ਤੇ ਸ਼ਮਿੰਦਰੋ ਇਸ ਤਰ੍ਹਾਂ ਉਲਝੇ ਹੋਏ ਸੀ ਜਿਵੇਂ ਦੋ ਭਲਵਾਨ ਗੁੱਥਮ-ਗੁੱਥਾ ਹੋ ਰਹੇ ਸਨ। ਇੱਕ ਬੱਚੀ ਨੂੰ ਬਚਾਉਣ ਲਈ ਮਾਂ ਬਾਘ ਨਾਲ ਉਲਝ ਗਈ ਸੀ ਤੇ ਦੂਜੀ ਮਾਂ ਆਪਣੀ ਧੀ ਨੂੰ ਬਾਘ ਨਾਲ ਗੁੱਥਮ-ਗੁੱਥਾ ਹੋਈ ਦੀ ਦਰਸ਼ਕ ਕਿਵੇਂ ਬਣੀ ਰਹਿੰਦੀ। ਚੌਂਕੇ 'ਚ ਲੂਣ ਘੋਟਣੇ ਤੋਂ ਬਗੈਰ ਹੋਰ ਕਿਹੜਾ ਹਥਿਆਰ ਹੋ ਸਕਦਾ ਸੀ। ਪਰ ਆਪਣੀ ਧੀ ਦੀ ਜਾਨ ਖਤਰੇ 'ਚ ਵੇਖ ਕੇ ਇੱਕ ਮਾਂ ਦੇ ਹੱਥ ਇਸ ਤੋਂ ਵੱਧ ਬਾਘ ਲਈ ਮਾਰੂ ਹੋਰ ਕੀ ਹੋ ਸਕਦਾ ਸੀ। ਰਾਤ ਦਾ ਹਨੇਰਾ, ਦੋ ਇਸਤਰੀਆਂ, ਅਬਲਾ ਇਸਤਰੀਆਂ ਨਹੀਂ ਮਾਵਾਂ, ਨਿਹੱਥੀਆਂ ਨਹੀਂ, ਮਮਤਾ ਦੀ ਸ਼ਕਤੀ ਤੇ ਸ਼ਸਤਰਾਂ ਨਾਲ ਲੈਸ, ਕੁਝ ਚੀਕਾਂ, ਗੁਰਗੁਰਾਟਾਂ, ਗੁੱਥਮ-ਗੁੱਥੇ ਦੀ ਧੱਪ-ਧੱਪ, ਛੋਟੀ ਬੱਚੀ ਦਾ ਉੱਚੀ-ਉੱਚੀ ਰੋਣਾ। ਅੱਧੇ ਕੁ ਘੰਟੇ ਬਾਅਦ ਬਾਘ ਦੀ ਲਾਸ਼ ਜ਼ਮੀਨ ਤੇ ਪਈ ਸੀ। ਲਹੂ ਲੁਹਾਨ ਦੋ ਮਾਵਾਂ ਆਪਣੇ ਆਪ ਨੂੰ ਬੇਹੋਸ਼ੀ ਤੋਂ ਬਚਾਉਂਦੀਆਂ ਹੋਈਆਂ ਛੋਟੀ ਜਿਹੀ ਵਿਲਕਦੀ ਬੱਚੀ ਦੇ ਕੋਮਲ ਸਰੀਰ ਤੇ ਬਾਘ ਦੇ ਦੰਦਾਂ ਦੇ ਡੂੰਘੇ ਜ਼ਖਮਾਂ ਦਾ ਉਪਚਾਰ ਕਰ ਰਹੀਆਂ ਸਨ। ਧੰਨਵਾਦ।